ਅਕਾਲ ਦੋਸਤੋ, ਵੈਲਕਮ ਟੂ ਪੰਜਾਬ ਜੌਬਸ ਅਕੈਡਮੀ। ਪੰਜਾਬ ਜੌਬਸ ਅਕੈਡਮੀ ਦੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਆਪਾਂ ਜਿਸ ਟੌਪਿਕ 'ਤੇ ਗੱਲ ਕਰਨੀ ਹੈ ਉਹ ਹੈ 20 ਮੋਸਟ ਇੰਪੋਰਟੈਂਟ ਅਮੈਂਡਮੈਂਟਸ ਆਫ ਇੰਡੀਅਨ ਕਨਸਟੀਟਿਊਸ਼ਨ। ਭਾਰਤੀ ਸੰਵਿਧਾਨ ਦੇ ਉਹ 20 ਮਹੱਤਵਪੂਰਨ ਸੰਸ਼ੋਧਨ ਜਿਹੜੇ ਅਕਸਰ ਪੇਪਰਾਂ ਦੇ ਵਿੱਚ ਤੁਹਾਨੂੰ ਘੁੰਮਦੇ ਮਿਲਦੇ ਨੇ। ਅਕਸਰ ਪੇਪਰਾਂ ਦੇ ਵਿੱਚ ਇਹਨਾਂ 'ਚੋਂ ਕੁਐਸਚਨਸ ਬਣਦੇ ਰਹਿੰਦੇ ਨੇ। ਠੀਕ ਹੈ, ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਲਾਜ਼ਮੀ ਪੇਪਰ ਆ, ਜਿਹਨੂੰ ਕੁਆਲੀਫਾਈ ਕਰਨ ਦੇ ਲਈ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਸੀ, ਜਿਹਦੇ ਥਰੂ ਆਪਾਂ PSSB ਦਾ ਸਾਰਾ ਸਿਲੇਬਸ ਕਵਰ ਕਰ ਰਹੇ ਸੀ। ਟੈਕਨੀਕਲ ਇਸ਼ੂਜ਼ ਹੋਣ ਕਰਕੇ ਸੀਰੀਜ਼ ਇੰਟਰਪਟ ਹੋ ਗਈ ਸੀ। ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਵੀ ਸਿਲੇਬਸ ਬਚਿਆ ਹੈ ਤੁਹਾਨੂੰ ਸਾਰਾ ਕਵਰ ਕਰਵਾ ਦਈਏ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਸੈਸ਼ਨ। ਸੰਵਿਧਾਨ ਸੰਸ਼ੋਧਨ ਕੀ ਹੁੰਦਾ ਕਿ ਸੰਵਿਧਾਨ ਦੇ ਵਿੱਚ ਕੁਝ ਸੁਧਾਰ ਕਰਨ ਦੇ ਲਈ ਜਾਂ ਉਹਦੇ ਵਿੱਚੋਂ ਕੁਝ ਡਿਲੀਟ ਕਰਨ ਦੇ ਲਈ ਜਾਂ ਉਹਦੇ ਵਿੱਚ ਕੁਝ ਜੋੜਨ ਦੇ ਲਈ ਸੰਸਦ ਇੱਕ ਬਿੱਲ ਲੈ ਕੇ ਆਉਂਦੀ ਹੈ, ਇੱਕ ਪ੍ਰੋਸੈਸ ਚਲਾਉਂਦੀ ਆ। ਸੰਸਦ ਕੋਈ ਰਾਜ ਸਰਕਾਰ ਨਹੀਂ, ਕੇਂਦਰ ਸਰਕਾਰ, ਸੰਸਦ ਲੋਕ ਸਭਾ ਤੇ ਰਾਜ ਸਭਾ। ਤਾਂ ਉਸ ਬਿੱਲ ਨੂੰ ਜਦੋਂ ਰਾਸ਼ਟਰਪਤੀ ਪਾਸ ਕਰ ਦਿੰਦੇ ਨੇ ਤਾਂ ਉਹਨੂੰ ਕਿਹਾ ਜਾਂਦਾ ਸੰਵਿਧਾਨ ਸੰਸ਼ੋਧਨ, ਮਤਲਬ ਕਿ ਸੰਵਿਧਾਨ ਦੇ ਵਿੱਚ ਸੁਧਾਰ ਕੀਤਾ ਗਿਆ। ਠੀਕ ਹੈ, ਹੁਣ ਦੇਖ ਲੈਂਦੇ ਆਪਾਂ ਕਿ ਕਿਹੜੇ ਕਿਹੜੇ ਇੰਪੋਰਟੈਂਟ ਸੰਸ਼ੋਧਨ ਨੇ। ਸਭ ਤੋਂ ਪਹਿਲਾਂ 7ਵਾਂ ਸੰਵਿਧਾਨ ਸੰਸ਼ੋਧਨ 1956 ਦੇ ਵਿੱਚ ਆਇਆ। ਇਹਦੇ ਥਰੂ ਕੀ ਕੀਤਾ ਗਿਆ? ਇਹਦੇ ਥਰੂ ਸਭ ਤੋਂ ਪਹਿਲਾਂ ABCD ਕੈਟਾਗਰੀ ਨੂੰ ਖਤਮ ਕੀਤਾ ਗਿਆ। ਜਦੋਂ 1950 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਸੀ ਤਾਂ ਰਾਜਾਂ ਨੂੰ ABCD ਕਰਕੇ 4 ਕੈਟਾਗਰੀ ਦੇ ਵਿੱਚ ਵੰਡਿਆ ਹੋਇਆ ਸੀ। ਠੀਕ ਹੈ, ਇੱਕ ਜਿਸ ਟਾਈਮ ਆਪਾਂ ਚੈਨਲ ਸ਼ੁਰੂ ਕੀਤਾ ਸੀ ਮੈਂ ਕੁਝ ਟੌਪਿਕ ਕਵਰ ਕਰਵਾਏ ਸੀ ਤੁਹਾਨੂੰ ਇੰਡੀਅਨ ਪੋਲਿਟੀ ਦੇ। ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਉਹਦੀ ਮੈਰਾਥਨ ਕਲਾਸ ਵੀ ਬਣਾ ਕੇ ਦਿੱਤੀ ਸੀ, ਹੋ ਸਕੇ ਤਾਂ ਉਹਨੂੰ ਦੇਖ ਲਿਓ, ਕਿਉਂਕਿ ਉਹਦੇ ਵਿੱਚ ਬਹੁਤ ਕਲੀਅਰ ਕੀਤਾ ਹੋਇਆ ABCD ਕੈਟਾਗਰੀ ਕੀ ਸੀ। ਠੀਕ ਹੈ, ਕਿਹੜੀ ਸਟੇਟ ਕਦੋਂ ਕਿਤੋਂ ਅਲੱਗ ਕਰਕੇ ਬਣਾਏਗੀ, ਕਦੋਂ ਕਿਹੜਾ ਰਾਜ ਅਸੀਂ ਬਾਹਰੋਂ ਐਕਵਾਇਰ ਕੀਤਾ, ਸਿੱਕਿਮ, ਪੁਡੂਚੇਰੀ ਜਾਂ ਗੋਆ, ਇਹ ਸਾਰਾ ਕੁਛ ਉਹਦੇ ਵਿੱਚ ਮੈਂ ਕਲੀਅਰ ਕੀਤਾ ਹੋਇਆ। ਸਿਟੀਜ਼ਨਸ਼ਿਪ ਐਕਟ ਕੀ ਸੀ, CAA ਕੀ ਸੀ, ਕੀ ਸਿਟੀਜ਼ਨਸ਼ਿਪ ਹੁੰਦੀ ਆ, ਕਿਵੇਂ ਤੁਸੀਂ ਸਿਟੀਜ਼ਨਸ਼ਿਪ ਲੈ ਸਕਦੇ ਹੋ ਜਾਂ ਤੁਹਾਡੀ ਸਿਟੀਜ਼ਨਸ਼ਿਪ ਕਿਵੇਂ ਖਾਰਿਜ ਹੋ ਸਕਦੀ ਆ, ਸਾਰਾ ਕੁਛ ਉਹ 'ਚ ਬਹੁਤ ਕਲੀਅਰ ਕੀਤਾ ਹੋਇਆ। ਹੋ ਸਕੇ ਤਾਂ ਉਹਨੂੰ ਦੇਖ ਲਿਓ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਾ। ਠੀਕ ਹੈ, ਉਸ ਤੋਂ ਬਾਅਦ ਦੂਜਾ ਇਹਦੇ ਵਿੱਚ ਪ੍ਰੋਵੀਜ਼ਨ ਕੀ ਕੀਤਾ ਗਿਆ? 7ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ। ਠੀਕ ਹੈ, ਫਜ਼ਲ ਅਲੀ ਕਮਿਸ਼ਨ ਦੀ ਰਿਪੋਰਟ ਨੂੰ ਇੰਪਲੀਮੈਂਟ ਕੀਤਾ ਗਿਆ। ਫਜ਼ਲ ਅਲੀ ਦੀ ਰਿਪੋਰਟ ਨੂੰ ਇੰਪਲੀਮੈਂਟ ਕੀਤਾ ਗਿਆ। ਠੀਕ ਹੈ, ਤੀਜਾ ਇਹਦੇ ਵਿੱਚ ਕੀ ਪ੍ਰੋਸੈਸ ਕੀਤਾ ਗਿਆ? 2 ਜਾਂ 2 ਤੋਂ ਜ਼ਿਆਦਾ ਰਾਜਾਂ ਦੇ ਲਈ ਇੱਕ ਕਾਮਨ ਹਾਈ ਕੋਰਟ ਬਣਾਇਆ ਗਿਆ। ਮਤਲਬ ਕਿ ਇਸ ਤੋਂ ਪਹਿਲਾਂ ਕੀ ਹੁੰਦਾ ਸੀ, ਇੱਕ ਰਾਜ ਦੇ ਲਈ ਇੱਕੇ ਕੋਰਟ ਦਾ ਪ੍ਰੋਵੀਜ਼ਨ ਸੀ। ਹਾਈ ਕੋਰਟ ਦਾ ਮਤਲਬ ਇੱਕੇ ਹਾਈ ਕੋਰਟ ਦਾ ਪ੍ਰੋਵੀਜ਼ਨ ਸੀ। ਜਿਵੇਂ ਹੁਣ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ, ਤਿੰਨਾਂ ਦਾ ਇੱਕੋ ਹੀ ਕਾਮਨ ਹਾਈ ਕੋਰਟ ਹੈ, ਪੰਜਾਬ ਹਰਿਆਣਾ ਹਾਈ ਕੋਰਟ ਹੈ ਨਾ, ਕਿਉਂਕਿ ਚੰਡੀਗੜ੍ਹ ਵੀ ਇੱਕ UT ਹੈ ਤਾਂ ਚੰਡੀਗੜ੍ਹ ਦਾ ਵੀ ਜਿਹੜਾ ਏਰੀਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਡਰ ਹੀ ਆਉਂਦਾ। ਤਾਂ ਉਸ ਤੋਂ ਪਹਿਲਾਂ 1956 ਤੋਂ ਪਹਿਲਾਂ ਕੀ ਹੁੰਦਾ ਸੀ, ਹਰੇਕ ਦੇ ਲਈ ਅਲੱਗ ਤੋਂ ਇੱਕ ਜਿਹੜਾ ਕੋਰਟ ਹੁੰਦਾ ਸੀ। ਠੀਕ ਹੈ ਜੀ, ਚੱਲਦੇ ਆਪਾਂ। ਇੱਕ ਚੀਜ਼ ਇਹਦੇ ਵਿੱਚ ਨੋਟ ਕਰ ਲਿਓ, ਇਹਦੇ ਵਿੱਚ 350B ਆਰਟੀਕਲ ਇਹਦੇ ਥਰੂ ਜੋੜਿਆ ਗਿਆ। 350B ਦੇ ਵਿੱਚ ਕੀ ਸੀ? NCM, ਨੈਸ਼ਨਲ ਕਮਿਸ਼ਨ ਫॉर ਮਿਨੋਰਟੀਜ਼। ਇਹ ਮੁੱਦਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ, ਤਾਂ ਤੁਸੀਂ ਇਹਨੂੰ ਨੋਟ ਕਰ ਲਿਓ। ਨੈਸ਼ਨਲ ਕਮਿਸ਼ਨ ਫॉर ਮਿਨੋਰਟੀਜ਼ ਇਹਦੇ ਥਰੂ ਐਡ ਕੀਤਾ ਗਿਆ, ਮਤਲਬ ਜਿਹੜੇ ਅਲਪਸੰਖਿਅਕ ਹੁੰਦੇ ਨੇ ਉਹਨਾਂ ਦੇ ਲਈ ਆਯੋਗ ਇਹਦੇ ਲਈ ਗਠਿਤ ਕੀਤਾ ਗਿਆ। ਠੀਕ ਹੈ, ਆਰਟੀਕਲ 350V ਜਿਹੜੇ ਪੁਆਇੰਟ ਐਡੀਸ਼ਨਲ ਹੁੰਦੇ ਨੇ ਉਹ ਨੋਟ ਕਰਕੇ ਰੱਖ ਲਿਆ ਕਰੋ। ਅਗਲਾ 10ਵਾਂ ਸੰਵਿਧਾਨ ਸੰਸ਼ੋਧਨ। 10ਵਾਂ, 12ਵਾਂ ਤੇ 14ਵਾਂ ਮੋਸਟ ਇੰਪੋਰਟੈਂਟ ਨੇ, ਤੁਸੀਂ ਯਾਦ ਰੱਖਣੇ ਨੇ। ਠੀਕ ਹੈ, 10ਵਾਂ 1961 ਦੇ ਥਰੂ ਕੀ ਕੀਤਾ ਗਿਆ? ਇਹਦੇ ਥਰੂ ਦਾਦਰਾ ਨਗਰ ਹਵੇਲੀ ਨੂੰ ਭਾਰਤ ਦੇ ਵਿੱਚ ਮਿਲਾਇਆ ਗਿਆ। ਠੀਕ ਹੈ, ਦਾਦਰਾ ਨਗਰ ਹਵੇਲੀ ਨੂੰ ਭਾਰਤ ਦੇ ਵਿੱਚ ਮਿਲਾਇਆ ਗਿਆ 10ਵੇਂ ਸੰਸ਼ੋਧਨ ਦੇ ਥਰੂ। 12ਵੇਂ ਸੰਸ਼ੋਧਨ ਦੇ ਥਰੂ ਗੋਆ ਅਤੇ ਦਮਨ ਦੀਊ ਨੂੰ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ। ਜਿਹੜਾ 12ਵਾਂ ਸੰਸ਼ੋਧਨ ਆ ਇਹ ਵੀ 1961 ਦਾ, ਇਹਨੂੰ ਕਰੈਕਟ ਕਰ ਲਿਓ। ਠੀਕ ਹੈ, ਦੋਨੋਂ ਹੀ 1961 ਦੇ ਨੇ। ਦਾਦਰਾ ਨਗਰ ਹਵੇਲੀ 10ਵੇਂ ਦੇ ਥਰੂ, 12ਵੇਂ ਦੇ ਥਰੂ ਗੋਆ ਅਤੇ ਦਮਨ ਦੀਊ ਨੂੰ, ਅਤੇ 14ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਪੌਂਡੀਚੇਰੀ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ। ਠੀਕ ਹੈ, ਜਿਹੜਾ 14ਵਾਂ ਸੰਵਿਧਾਨ ਸੰਸ਼ੋਧਨ ਸੀ ਨਾ, ਉਸ ਟਾਈਮ 'ਤੇ ਪੌਂਡੀਚੇਰੀ ਕਿਹਾ ਜਾਂਦਾ ਸੀ। ਅੱਜ ਅਸੀਂ ਉਹਨੂੰ ਪੁਡੂਚੇਰੀ ਕਹਿੰਦੇ ਹਾਂ ਨਾ, 2011 ਤੋਂ ਪਹਿਲਾਂ ਇਹਨੂੰ ਪੌਂਡੀਚੇਰੀ ਕਿਹਾ ਜਾਂਦਾ ਸੀ। ਠੀਕ ਹੈ, ਇਹ ਵੀ ਨੋਟ ਕਰ ਲਿਓ। ਚੱਲਦੇ ਹਾਂ ਅੱਗੇ। 12ਵੇਂ ਸੰਵਿਧਾਨ ਸੰਸ਼ੋਧਨ ਤੋਂ ਬਾਅਦ 24ਵਾਂ ਸੰਵਿਧਾਨ ਸੰਸ਼ੋਧਨ। ਇਹਦੇ ਥਰੂ ਕੀ ਕੀਤਾ ਗਿਆ? 1971 ਦੇ ਵਿੱਚ ਆਇਆ ਸੀ, 14ਵਾਂ ਆਇਆ ਸੀ 1962 ਦੇ ਵਿੱਚ ਨਾ। ਤਾਂ 24ਵਾਂ ਸੰਵਿਧਾਨ ਸੰਸ਼ੋਧਨ 1971 ਦੇ ਥਰੂ ਕੀ ਕੀਤਾ ਗਿਆ? ਰਾਸ਼ਟਰਪਤੀ ਨੂੰ ਬਾਉਂਡ ਕਰ ਦਿੱਤਾ ਗਿਆ। ਰਾਸ਼ਟਰਪਤੀ ਨੂੰ ਮਤਲਬ ਕਿ ਉਹਦੀ ਮਜਬੂਰੀ ਹੋ ਗਈ ਕਿ ਜੇ ਸੰਵਿਧਾਨ ਸੰਸ਼ੋਧਨ ਬਿੱਲ ਸੰਸਦ ਨੇ ਪਾਸ ਕਰਤਾ ਤਾਂ ਰਾਸ਼ਟਰਪਤੀ ਨੂੰ ਉਹਦੇ 'ਤੇ ਮਨਜ਼ੂਰੀ ਦੇਣੀ ਹੀ ਪੈਣੀ ਆ। ਠੀਕ ਹੈ ਜੀ, ਸੰਵਿਧਾਨ ਸੰਸ਼ੋਧਨ ਦੇ ਬਿੱਲ ਦੇ ਉੱਪਰ ਰਾਸ਼ਟਰਪਤੀ ਜੇ ਦੋਨੇ ਸਦਨ ਪਾਸ ਕਰ ਦਿੰਦੇ ਤਾਂ ਰਾਸ਼ਟਰਪਤੀ ਮਨਜ਼ੂਰੀ ਦੇਣਗੇ। ਉਹਨੂੰ ਨਾ ਤਾਂ ਵਾਪਸ ਕਰ ਸਕਦੇ ਨੇ, ਨਾ ਹੀ ਉਹਨੂੰ ਖਾਰਿਜ ਕਰ ਸਕਦੇ ਨੇ, ਮਤਲਬ ਕਿ ਨਾ ਹੀ ਉਤੇ ਆਪਣਾ ਕੰਸੈਂਟ ਉਹ ਰੋਕ ਸਕਦੇ ਨੇ। 24ਵਾਂ ਸੰਵਿਧਾਨ ਸੰਸ਼ੋਧਨ, ਰਾਸ਼ਟਰਪਤੀ ਮਨਜ਼ੂਰੀ ਦੇਣੀ ਜ਼ਰੂਰੀ ਕੀਤੀ ਗਈ ਰਾਸ਼ਟਰਪਤੀ ਦੇ ਲਈ, ਅਤੇ ਨਾਲ ਹੀ ਮਤਲਬ ਇਹਦੇ ਨਾਲ ਕੀ ਹੋਇਆ? ਸੰਸਦ ਦੀ ਪਾਵਰ ਦੇ ਵਿੱਚ ਵਾਧਾ ਹੋਇਆ, ਕਿਉਂਕਿ ਸੰਸਦ ਨੇ ਜਿਹੜਾ ਬਿੱਲ ਪਾਸ ਕਰਤਾ ਉਹ ਸੰਵਿਧਾਨ ਸੰਸ਼ੋਧਨ ਬਣਨਾ ਹੀ ਹੈ। ਉਸ ਤੋਂ ਬਾਅਦ ਹੈ 31ਵਾਂ ਸੰਵਿਧਾਨ ਸੰਸ਼ੋਧਨ। 31ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਤੁਸੀਂ ਇੱਕ ਚੀਜ਼ ਦੇਖਿਓ, ਇਹਦੀ ਡੇਟ ਚੈੱਕ ਕਰ ਲਿਓ। ਆਈ ਥਿੰਕ ਇਹਦੀ ਡੇਟ 1972 ਹੋਣੀ। ਠੀਕ ਹੈ, 31ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਕੀ ਕੀਤਾ ਗਿਆ? 71 ਜਾਂ 72 ਦੋਨਾਂ 'ਚ ਕੁਛ ਇੱਕ ਹੀ ਹੈ।
ਇਹਦੇ ਥਰੂ ਕੀ ਕੀਤਾ ਗਿਆ, ਇਹਦੇ ਥਰੂ ਜਿਹੜੇ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਨੇ, ਲੋਕ ਸਭਾ ਦੀਆਂ ਸੀਟਾਂ 525 ਤੋਂ ਵਧਾ ਕੇ 545 ਕੀਤੀਆਂ ਗਈਆਂ। ਕੁਛ ਦਿਨ ਪਹਿਲਾਂ ਆਈ ਥਿੰਕ 2 ਜਾਂ 3 ਦਿਨ ਪਹਿਲਾਂ ਨਵਲਦੀਪ ਸਰ ਨੇ ਤੁਹਾਨੂੰ ਕਰਵਾਇਆ ਸੀ, ਜਿਸ ਟਾਈਮ 1951-52 ਦੇ ਵਿੱਚ 1951-52 ਦੇ ਵਿੱਚ ਸੰਸਦ ਦੀਆਂ ਪਹਿਲੀਆਂ ਚੋਣਾਂ ਹੋਈਆਂ ਸੀ, ਠੀਕ ਹੈ। ਪਹਿਲੇ ਜਿਹੜੇ ਜਨਰਲ ਅਸੈਂਬਲੀ ਦੇ ਇਲੈਕਸ਼ਨ ਹੋਏ ਸੀ, ਉਹਦੇ ਵਿੱਚ ਉਸ ਸਮੇਂ 'ਤੇ ਕਿੰਨੀਆਂ ਲੋਕ ਸਭਾ ਦੀਆਂ ਸੀਟਾਂ ਸੀ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ, ਠੀਕ ਹੈ। ਪਤਾ ਲੱਗਣਾ ਕਿ ਤੁਹਾਨੂੰ ਕਿੰਨਾ ਕੁ ਯਾਦ ਆ, ਤੁਸੀਂ ਕਿੰਨਾ ਕੁ ਧਿਆਨ ਨਾਲ ਦੇਖਦੇ ਹੋ, ਠੀਕ ਹੈ ਜੀ। ਤੁਹਾਨੂੰ 2 ਜਾਂ 3 ਦਿਨ ਪਹਿਲਾਂ ਹੀ ਨਵਲਦੀਪ ਸਰ ਨੇ ਇੱਕ ਵੀਡੀਓ ਦੇ ਵਿੱਚ ਇਹ ਕਰਵਾਇਆ ਸੀ। ਤਾਂ ਲੋਕ ਸਭਾ ਦੀਆਂ ਸੀਟਾਂ 525 ਤੋਂ ਵਧਾ ਕੇ 45 ਕੀਤੀਆਂ 31ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ, ਅਤੇ 35ਵਾਂ ਅਤੇ 36ਵਾਂ ਸੰਵਿਧਾਨ ਸੰਸ਼ੋਧਨ ਨੇ ਜਿਹੜੇ 35ਵਾਂ ਅਤੇ 36ਵਾਂ ਸੰਵਿਧਾਨ ਸੰਸ਼ੋਧਨ ਇਹ ਦੋਨੋਂ ਰਿਲੇਟਡ ਨੇ ਸਿੱਕਿਮ ਦੇ ਨਾਲ। 35ਵੇਂ ਦੇ ਥਰੂ ਸਿੱਕਿਮ ਨੂੰ ਭਾਰਤ ਦੇ ਵਿੱਚ ਮਿਲਾਇਆ ਗਿਆ। 35ਵੇਂ ਦੇ ਥਰੂ ਸਿੱਕਿਮ ਨੂੰ ਇੱਕ ਸਹਿਯੋਗੀ ਸਟੇਟ ਦੇ ਤੌਰ 'ਤੇ ਮਿਲਾਇਆ ਗਿਆ, ਠੀਕ ਹੈ। ਇੱਕ ਸਹਿਯੋਗੀ ਸਟੇਟ ਦੇ ਤੌਰ 'ਤੇ ਮਤਲਬ ਕਿ ਆਪਣੀ ਟੈਰੀਟਰੀ ਜਾਂ ਆਪਣਾ ਰਾਜ ਜਾਂ ਆਪਣਾ ਯੂਟੀ ਨਹੀਂ ਬਣਾਇਆ ਸੀ। ਯੂਟੀ ਹੁੰਦੀ ਹੈ ਯੂਨੀਅਨ ਟੈਰੀਟਰੀ, ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਨਾ। 35ਵਾਂ ਸੰਵਿਧਾਨ ਸੰਸ਼ੋਧਨ 1974 ਦੇ ਵਿੱਚ ਆਇਆ ਸੀ। 36ਵਾਂ ਸੰਵਿਧਾਨ ਸੰਸ਼ੋਧਨ ਆਇਆ ਸੀ 1975 ਦੇ ਵਿੱਚ। 74 ਅਤੇ 75 ਦੇ ਵਿੱਚ 35ਵਾਂ ਅਤੇ 36ਵਾਂ ਇਹ ਸਿੱਕਿਮ ਨੂੰ ਭਾਰਤ ਦੇ ਵਿੱਚ ਮਿਲਾਇਆ ਗਿਆ, ਠੀਕ ਹੈ। ਉਸ ਤੋਂ ਬਾਅਦ ਸਿੱਕਿਮ ਤੇ ਪਹਿਲਾਂ ਚੋਗੀਆਲ ਵੰਸ਼ ਦਾ ਸ਼ਾਸਨ ਸੀ, ਇਹ ਵੀ ਨੋਟ ਕਰ ਲਿਓ, ਚੋਗੀਆਲ ਵੰਸ਼, ਠੀਕ ਹੈ। ਉਸ ਤੋਂ ਬਾਅਦ 42ਵਾਂ ਸੰਵਿਧਾਨ ਸੰਸ਼ੋਧਨ, ਮੋਸਟ ਇੰਪੋਰਟੈਂਟ ਸੰਵਿਧਾਨ ਸੰਸ਼ੋਧਨ, ਇਹਨੂੰ ਕਿਹਾ ਜਾਂਦਾ ਮਿੰਨੀ ਕੌਂਸਟੀਟਿਊਸ਼ਨ। ਇਹਨੂੰ ਮਿੰਨੀ ਕੌਂਸਟੀਟਿਊਸ਼ਨ ਕਹਿਣ ਦੇ 2 ਵੱਡੇ ਕਾਰਨ ਨੇ। ਪਹਿਲਾ, ਇਹਦੇ ਵਿੱਚ ਪਹਿਲੀ ਵਾਰ ਅਤੇ ਆਖਰੀ ਵਾਰ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਅਮੈਂਡ ਕੀਤਾ ਗਿਆ। ਸੰਵਿਧਾਨ ਦੀ ਪ੍ਰਸਤਾਵਨਾ ਜਿਹਨੂੰ ਅਸੀਂ ਪ੍ਰੀਐਂਬਲ ਕਹਿੰਦੇ ਹਾਂ, ਹੈ ਨਾ, ਪਹਿਲਾ ਕਾਰਨ। ਦੂਜਾ ਕਾਰਨ, ਇਹ ਬਹੁਤ ਜ਼ਿਆਦਾ ਇਹਦੇ ਵਿੱਚ ਪ੍ਰੋਵੀਜ਼ਨ ਕੀਤੇ ਗਏ ਸੀ, ਇੱਕ ਕਾਫੀ ਵੱਡਾ ਇਹ ਸੰਸ਼ੋਧਨ ਬਿੱਲ ਲੈ ਕੇ ਆਂਦਾ ਸੀ। ਤਾਂ ਇਹਦੇ ਲਈ ਇਹ ਦੋਨੋਂ ਕਾਰਨਾਂ ਤੋਂ ਹੀ ਜਿਹੜਾ ਇਹਨੂੰ ਮਿੰਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ। ਸਭ ਤੋਂ ਪਹਿਲਾਂ ਕੀ ਕੀਤਾ ਗਿਆ, ਪਹਿਲੀ ਤੇ ਆਖਰੀ ਵਾਰ ਪ੍ਰਸਤਾਵਨਾ ਨੂੰ ਸੰਸ਼ੋਧਿਤ ਕੀਤਾ ਗਿਆ, ਪ੍ਰੀਐਂਬਲ ਨੂੰ, ਠੀਕ ਹੈ। ਇਹਦੇ ਵਿੱਚ 3 ਸ਼ਬਦ ਜੋੜੇ ਗਏ ਸੀ। ਇਹਦੇ ਵਿੱਚ ਮਤਲਬ ਸਮਾਜਵਾਦੀ, ਧਰਮ ਨਿਰਪੱਖ ਅਤੇ ਅਖੰਡਤਾ, ਇਹ ਤਿੰਨੋਂ ਸ਼ਬਦ ਜਿਹੜੇ ਪ੍ਰਸਤਾਵਨਾ ਦੇ ਵਿੱਚ ਜੁੜੇ ਗਏ ਸੀ। ਪ੍ਰਸਤਾਵਨਾ ਹੁੰਦੀ ਆ ਪ੍ਰੀਐਂਬਲ, ਜਿਵੇਂ ਅਸੀਂ ਕੋਈ ਬੁੱਕ ਪੜ੍ਹਦੇ ਹਾਂ ਨਾ, ਉਹਦੇ ਅੱਗੇ ਦੀ ਭੂਮਿਕਾ ਦਿੱਤੀ ਹੁੰਦੀ ਆ, ਉਹਨੂੰ ਤੁਸੀਂ ਪ੍ਰਸਤਾਵਨਾ ਮੰਨ ਸਕਦੇ ਹੋ, ਠੀਕ ਹੈ। ਸੰਵਿਧਾਨ ਦੇ ਅੱਗੇ ਉਹਦੀ ਭੂਮਿਕਾ ਦਿੱਤੀ ਹੋਈ ਹੈ ਸਾਰੀ, ਉਹਨੂੰ ਕਿਹਾ ਜਾਂਦਾ ਹੈ ਪ੍ਰੀਐਂਬਲ ਜਾਂ ਪ੍ਰਸਤਾਵਨਾ। ਉਸ ਤੋਂ ਬਾਅਦ ਚੱਲਦੇ ਹਾਂ ਅੱਗੇ। 10 ਮੂਲ ਕਰਤੱਵ ਇਹਦੇ ਥਰੂ ਜੋੜੇ ਗਏ। ਮੂਲ ਕਰਤੱਵ ਭਾਰਤ ਦੇ ਸੰਵਿਧਾਨ ਦੇ ਵਿੱਚ ਸਟਾਰਟਿੰਗ ਤੋਂ ਨਹੀਂ ਸੀ। ਇਹਦੇ ਵਿੱਚ 51A ਆਰਟੀਕਲ ਅਤੇ ਨਾਲ ਹੀ ਭਾਗ 4A ਜੋੜਿਆ ਗਿਆ, ਠੀਕ ਹੈ। ਇਹ ਦੋਨੋਂ ਹੀ ਮਤਲਬ ਭਾਗ 4A ਦੇ ਵਿੱਚ 51A ਆਰਟੀਕਲ ਆਉਂਦਾ। ਇਹਦੇ ਵਿੱਚ 10 ਮੂਲ ਕਰਤੱਵ 42ਵੇਂ ਸੰਵਿਧਾਨ ਸੰਸ਼ੋਧਨ ਨਾਲ ਜੋੜੇ ਗਏ, ਠੀਕ ਹੈ ਜੀ। 42ਵੇਂ ਸੰਵਿਧਾਨ ਸੰਸ਼ੋਧਨ ਦੇ ਨਾਲ ਕਿਹੜੇ 10 ਕਰਤੱਵ ਜੋੜੇ ਗਏ। ਹੁਣ ਜਿਹੜੇ ਮੂਲ ਕਰਤੱਵਾਂ ਨਾਲ ਸੰਬੰਧਿਤ ਕਮੇਟੀ ਸੀ, ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ, ਕਿਉਂਕਿ ਇਹ ਵੀ ਤੁਹਾਨੂੰ ਨਵਲਦੀਪ ਸਰ ਨੇ ਕੁਝ ਦਿਨ ਪਹਿਲਾਂ ਹੀ ਕਰਵਾਇਆ, ਠੀਕ ਹੈ। ਚੱਲਦੇ ਅੱਗੇ ਆ ਗਿਆ ਆਪਣੇ ਕੋਲੇ ਰਾਸ਼ਟਰਪਤੀ ਲਈ ਕੈਬਨਿਟ ਦੀ ਗੱਲ ਮੰਨਣਾ ਜ਼ਰੂਰੀ ਕੀਤਾ ਗਿਆ। ਮਤਲਬ ਕਿ ਕੈਬਨਿਟ ਦੀ ਸਲਾਹ ਨੂੰ ਰਾਸ਼ਟਰਪਤੀ ਮੰਨਣ ਵਾਸਤੇ ਮਜਬੂਰ ਨੇ, ਉਹਨਾਂ ਨੂੰ ਮੰਨਣਾ ਹੀ ਪੈਣਾ ਜਿਹੜਾ ਕੁਝ ਕੈਬਨਿਟ ਨੇ ਉਹਨਾਂ ਨੂੰ ਕਹਿਤਾ, ਠੀਕ ਹੈ ਜੀ। ਉਸ ਤੋਂ ਬਾਅਦ ਚੱਲਦੇ ਅੱਗੇ। ਇਹਦੇ ਵਿੱਚ ਇੱਕ ਹੋਰ ਕੀਤਾ ਗਿਆ ਕਿ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਦੀ ਗਿਣਤੀ ਆ, ਉਹ ਸ਼ੁਰੂ ਦੇ ਵਿੱਚ ਪ੍ਰੋਵੀਜ਼ਨ ਕੀਤਾ ਗਿਆ ਸੀ ਕਿ ਹਰੇਕ 10-10 ਸਾਲ ਬਾਅਦ ਲੋਕ ਸਭਾ ਦੀਆਂ ਸੀਟਾਂ, ਜਿਵੇਂ ਜਨਗਣਨਾ ਹੁੰਦੇ ਰਹੇਗੇ ਨਾ, ਤਾਂ ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਜਿਹੜਾ ਇਹ ਮਤਲਬ ਚੇਂਜਿੰਗ ਆਉਂਦੀ ਰਹੇਗੀ। ਪਰ ਇਹਦੇ ਥਰੂ 42ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਕੀ ਕੀਤਾ ਗਿਆ ਕਿ ਜਿਹੜੀਆਂ 1971 ਦੀ ਜਿਹੜੀ ਜਨਗਣਨਾ, ਉਹਦੇ ਅਨੁਸਾਰ ਹੀ 2021 ਤੱਕ ਜਿਹੜੀਆਂ ਸੀਟਾਂ ਨੇ ਉਹ ਓਨੀਆਂ ਹੀ ਰਹਿਣਗੀਆਂ, ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਜਾਣੀ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਕੀ ਕੀਤਾ ਗਿਆ, DPSP ਦੇ 3 ਆਰਟੀਕਲ 39A, 43A ਅਤੇ 48A ਜੋੜੇ ਗਏ। 39A ਇੰਪੋਰਟੈਂਟ ਆ, ਤੁਸੀਂ 39A ਦਾ ਨੋਟ ਕਰ ਲਓ, ਜ਼ਿਆਦਾ ਤੋਂ ਜਿਹੜਾ ਜ਼ਿਆਦਾ ਜ਼ਰੂਰੀ ਹੈ। ਇਹਦੇ ਥਰੂ ਕੀ ਕੀਤਾ ਗਿਆ, ਗਰੀਬਾਂ ਦੇ ਲਈ ਫ੍ਰੀ ਲੀਗਲ ਅਸਿਸਟੈਂਸ। ਮਤਲਬ ਕਿ ਜੇ ਕਿਸੇ ਦਾ ਕੋਈ ਕੇਸ ਹੋ ਜਾਂਦਾ ਹੈ, ਕਿਸੇ ਬੰਦੇ ਦਾ ਕੇਸ ਹੋ ਜਾਂਦਾ, ਉਹ ਇਸ ਕਾਬਿਲ ਨਹੀਂ, ਮਤਲਬ ਕਿ ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਥੋੜ੍ਹੀ ਜਿਹੀ ਡਾਊਨ ਹੈ ਕਿ ਉਹ ਕੋਈ ਵਕੀਲ ਨਹੀਂ ਕਰ ਸਕਦਾ, ਤਾਂ ਉਹਨੂੰ ਸਰਕਾਰੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਆ। ਪਰ ਮਤਲਬ ਪੰਗਾ ਕੀ ਪੈਂਦਾ ਕਿ ਜਿਹੜੇ ਇਹ DPSP ਨੇ, ਇਹਨਾਂ ਨੂੰ ਕਾਨੂੰਨੀ ਤੌਰ 'ਤੇ ਅਸੀਂ ਲਾਗੂ ਨਹੀਂ ਕਰ ਸਕਦੇ। ਇਹ ਮਤਲਬ ਸਰਕਾਰ ਲਈ ਸਿਰਫ ਡਾਇਰੈਕਸ਼ਨਸ ਨੇ, ਸਰਕਾਰ ਚਾਹੇ ਤਾਂ ਇਹਨਾਂ ਨੂੰ ਲਾਗੂ ਕਰ ਸਕਦੀ ਹੈ, ਠੀਕ ਹੈ ਜੀ। ਤਾਂ 39A ਇਹ ਤੁਸੀਂ ਯਾਦ ਰੱਖਣਾ। 3 ਆਰਟੀਕਲ ਜੋੜੇ ਗਏ DPSP, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ। DPSP ਆਉਂਦੇ ਨੇ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਤੱਕ। 51 ਤੋਂ ਬਾਅਦ ਆਉਂਦਾ 51A, ਜਿਹਦੇ ਵਿੱਚ ਇਹ ਭਾਗ ਹੈ 4th, ਠੀਕ ਹੈ। ਚੌਥੇ ਭਾਗ ਦੇ ਵਿੱਚ DPSP ਆਉਂਦੇ ਨੇ, ਤੀਜੇ ਦੇ ਵਿੱਚ ਫੰਡਾਮੈਂਟਲ ਰਾਈਟਸ ਨੇ।
ਉਸ ਤੋਂ ਬਾਅਦ ਇਹਦੇ ਵਿੱਚ ਕੀ ਕੀਤਾ ਗਿਆ, ਸੰਵਿਧਾਨ ਸੰਸ਼ੋਧਨ ਨੂੰ ਜੁਡੀਸ਼ੀਅਲ ਰਿਵਿਊ ਤੋਂ ਬਾਹਰ ਕਰ ਦਿੱਤਾ ਗਿਆ। ਜੁਡੀਸ਼ੀਅਲ ਰਿਵਿਊ ਆਰਟੀਕਲ 13 ਪਾਵਰ ਦਿੰਦਾ ਹੈ ਸੁਪਰੀਮ ਕੋਰਟ ਨੂੰ ਕਿਸੇ ਵੀ ਕਾਨੂੰਨ ਨੂੰ ਰਿਵਿਊ ਕਰਨ ਦਾ ਜਿਹੜਾ ਫੰਡਾਮੈਂਟਲ ਰਾਈਟ ਦਾ ਉਲੰਘਣ ਕਰਦਾ ਹੋਵੇ, ਤਾਂ ਜੁਡੀਸ਼ੀਅਲ ਰਿਵਿਊ ਨੂੰ ਬਾਹਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੀ ਕੀਤਾ ਗਿਆ, ਸਿੱਖਿਆ ਤੇ ਵਣਾਂ ਨੂੰ ਰਾਜ ਸੂਚੀ ਤੋਂ ਸਮਵਰਤੀ ਸੂਚੀ 'ਚ ਟ੍ਰਾਂਸਫਰ ਕਰ ਦਿੱਤਾ ਗਿਆ। ਸਿੱਖਿਆ ਅਤੇ ਵਣਾਂ ਨੂੰ, ਸਿੱਖਿਆ ਜ਼ਰੂਰ ਯਾਦ ਰੱਖਣਾ 42ਵੇਂ ਸੰਸ਼ੋਧਨ ਦੇ ਥਰੂ ਕੀਤਾ ਗਿਆ। ਇਹ ਕੁਐਸਚਨ ਵੀ ਕਿਸੇ ਪੇਪਰ ਦੇ ਵਿੱਚ ਪੁੱਛਿਆ, ਠੀਕ ਆ। ਇਹ ਮੇਨ ਜਿਹੜੇ ਪ੍ਰੋਵੀਜ਼ਨਸ ਨੇ, ਪਹਿਲੀ ਤੇ ਆਖਰੀ ਵਾਰ ਸੰਸ਼ੋਧਨ ਪ੍ਰਸਤਾਵਨਾ ਨੂੰ ਸੰਸ਼ੋਧਿਤ ਕੀਤਾ ਗਿਆ। 10 ਮੂਲ ਕਰਤੱਵ ਦੇ ਵਿੱਚ ਜੋੜੇ ਗਏ। ਰਾਸ਼ਟਰਪਤੀ ਲਈ ਕੈਬਨਿਟ ਦੀ ਗੱਲ ਮੰਨਣਾ ਜ਼ਰੂਰੀ ਕੀਤਾ ਗਿਆ। ਇਸ ਪ੍ਰੋਵੀਜ਼ਨ ਨੂੰ 44ਵੇਂ ਸੰਸ਼ੋਧਨ ਦੇ ਥਰੂ ਖਾਰਜ ਕਰਤਾ ਸੀ, ਅੱਗੇ ਦੇਖ ਲਾਂਗੇ ਆਪਾਂ। ਲੋਕ ਸਭਾ ਦੀਆਂ ਸੀਟਾਂ ਨਿਰਧਾਰਿਤ ਕੀਤੀਆਂ ਗਈਆਂ। DPSP ਦੇ 3 ਆਰਟੀਕਲ ਜੋੜੇ ਗਏ। ਨਾਲ ਹੀ ਜੁਡੀਸ਼ੀਅਲ ਰਿਵਿਊ ਤੋਂ ਸੰਵਿਧਾਨ ਸੰਸ਼ੋਧਨ ਨੂੰ ਬਾਹਰ ਕੀਤਾ ਗਿਆ ਅਤੇ ਸਿੱਖਿਆ ਅਤੇ ਵਣਾਂ ਨੂੰ ਰਾਜ ਸੂਚੀ ਤੋਂ ਸਮਵਰਤੀ ਸੂਚੀ 'ਚ ਟ੍ਰਾਂਸਫਰ ਕੀਤਾ ਗਿਆ। 3 ਲਿਸਟ ਆਉਂਦੀਆਂ ਨੇ 7ਵੇਂ ਸ਼ਡਿਊਲ ਦੇ ਵਿੱਚ, ਠੀਕ ਹੈ। ਪਹਿਲੀ ਆਉਂਦੀ ਯੂਨੀਅਨ ਲਿਸਟ, ਦੂਜੀ ਸਟੇਟ ਲਿਸਟ, ਤੀਜੀ ਕਨਕਰੰਟ ਲਿਸਟ, ਜਿਹਨੂੰ ਸਮਵਰਤੀ ਸੂਚੀ ਕਹਿੰਦੇ ਆ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ 44ਵਾਂ ਸੰਵਿਧਾਨ ਸੰਸ਼ੋਧਨ 1978। ਇਹ ਵੀ ਥੋੜ੍ਹਾ ਜਿਹਾ ਜ਼ਰੂਰੀ ਹੈ। 42ਵਾਂ 76 ਦੇ ਵਿੱਚ ਇਹ ਤਾਂ ਨਹੀਂ ਗਲਤ ਲਿਖਿਆ ਕਿਤੇ, ਹਾਂ 1942ਵਾਂ ਸੰਵਿਧਾਨ ਸੰਸ਼ੋਧਨ 1976 ਦਾ। ਇਹ ਟਾਈਪ ਕਰਨ ਲੱਗੇ ਵੀ ਨਹੀਂ ਦੇਖਦੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਕਿ ਇਹ ਜਿਹੜਾ ਸੰਸ਼ੋਧਨ ਆ 1976 ਦਾ, 1942 ਦਾ ਨਹੀਂ ਹੈ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ 1978 44ਵਾਂ ਸੰਵਿਧਾਨ ਸੰਸ਼ੋਧਨ। ਇਹਦੇ ਥਰੂ ਕੀ ਕੀਤਾ ਗਿਆ, ਇਹਦੇ ਥਰੂ ਸਭ ਤੋਂ ਪਹਿਲੀ ਚੀਜ਼ ਤਾਂ ਕੀਤੀ ਗਈ ਕਿ ਸੰਪਤੀ ਦਾ ਜਿਹੜਾ ਅਧਿਕਾਰ ਸੀ, ਪਹਿਲਾਂ ਸਾਡੇ ਮੂਲ ਅਧਿਕਾਰ 7 ਹੁੰਦੇ ਸੀ, ਤਾਂ ਇਹਦੇ ਥਰੂ ਜਿਹੜੇ ਮੂਲ ਅਧਿਕਾਰ ਸੀ 7 ਤੋਂ ਘਟਾ ਕੇ 6 ਕੀਤੇ ਗਏ। ਸੰਪਤੀ ਦਾ ਅਧਿਕਾਰ ਇਹਨੂੰ ਮੂਲ ਅਧਿਕਾਰ ਦੇ ਵਿੱਚੋਂ ਹਟਾ ਕੇ ਕਾਨੂੰਨੀ ਅਧਿਕਾਰ ਬਣਾ ਕੇ 300A ਦੇ ਵਿੱਚ ਜੋੜ ਦਿੱਤਾ ਗਿਆ। ਇਹਦੇ ਥਰੂ ਕਿਹੜੇ 19F ਅਤੇ 31 ਆਰਟੀਕਲ ਨੂੰ ਇਹਦੇ ਵਿੱਚੋਂ ਖਤਮ ਕੀਤਾ ਗਿਆ ਸੀ, ਠੀਕ ਹੈ। 2 ਆਰਟੀਕਲ ਖਤਮ ਕੀਤੇ ਸੀ। ਦੂਜਾ ਇਹਦੇ ਵਿੱਚ ਕੀ ਕੀਤਾ ਗਿਆ ਸੀ, ਰਾਸ਼ਟਰਪਤੀ ਕੈਬਨਿਟ ਦੀ ਸਲਾਹ ਮੰਨਣ ਦੇ ਲਈ ਮਜਬੂਰ ਨਹੀਂ, ਇੱਕ ਵਾਰੀ ਉਹ ਪੁਨਰ ਵਿਚਾਰ ਵਾਸਤੇ ਉਹ ਵਾਪਸ ਕਿਸੇ ਵੀ ਬਿੱਲ ਨੂੰ ਭੇਜ ਸਕਦੇ ਨੇ ਸੰਸਦ ਕੋਲੇ, ਪਰ ਜੇ ਸੰਸਦ ਨੇ ਉਹਨੂੰ ਦੁਬਾਰਾ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜਿਆ ਫਿਰ ਉਹ ਮਜਬੂਰ ਨੇ, ਫਿਰ ਉਹਨਾਂ ਨੂੰ ਮਨਜ਼ੂਰੀ ਦੇਣੀ ਹੀ ਪੈਣੀ ਆ। ਮਤਲਬ ਕਿ ਇੱਕ ਵਾਰੀ ਪੁਨਰ ਵਿਚਾਰ ਦੇ ਲਈ ਭੇਜ ਸਕਦੇ ਨੇ, ਠੀਕ ਹੈ। ਉਸ ਤੋਂ ਬਾਅਦ ਕੀ ਕੀਤਾ ਗਿਆ, ਪ੍ਰੈਜ਼ੀਡੈਂਟ ਕੈਬਨਿਟ ਦੀ ਲਿਖਤ ਸਿਫਾਰਿਸ਼ ਤੇ ਹੀ ਐਮਰਜੈਂਸੀ ਡਿਕਲੇਅਰ ਕਰਨਗੇ। ਜੇ ਐਮਰਜੈਂਸੀ ਲਾਉਣੀ ਹੈ ਤਾਂ ਪਹਿਲਾਂ ਸੰਸਦ ਲਿਖ ਕੇ ਪ੍ਰੈਜ਼ੀਡੈਂਟ ਨੂੰ ਦੇਊਗੀ, ਉਹ ਫਿਰ ਹੀ ਐਮਰਜੈਂਸੀ ਲਾਉਣਗੇ। ਨਾਲ ਹੀ ਕੀ ਕੀਤਾ ਗਿਆ, ਆਰਟੀਕਲ 20 ਅਤੇ 21 ਐਮਰਜੈਂਸੀ ਦੌਰਾਨ ਇਹ ਸਸਪੈਂਡ ਨਹੀਂ ਕੀਤੇ ਜਾ ਸਕਦੇ। ਇਹ ਸਾਰੇ ਪ੍ਰੋਵੀਜ਼ਨ ਸੀ 44ਵੇਂ 42ਵਾਂ ਤੇ 44ਵਾਂ ਥੋੜ੍ਹੇ ਜ਼ਿਆਦਾ ਡੀਪ ਨੇ, ਤੁਹਾਨੂੰ ਪੜ੍ਹਨ ਦੀ ਲੋੜ ਆ, ਬਾਕੀ ਸਾਰੇ ਤਾਂ ਫੈਕਚੁਅਲ ਨੇ, ਠੀਕ ਹੈ। ਉਸ ਤੋਂ ਬਾਅਦ 10ਵਾਂ 52ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ 1985 ਦੇ ਵਿੱਚ ਦਲ ਬਦਲ ਦੀ ਜਿਹੜੀ ਅਨੁਸੂਚੀ ਆ ਉਹ ਜੋੜੀ ਗਈ। 10ਵੀਂ ਅਨੁਸੂਚੀ ਦਲ ਬਦਲ, 9ਵੀਂ ਅਨੁਸੂਚੀ 9th 1951 ਦੇ ਵਿੱਚ ਜੋੜੀ ਗਈ ਸੀ। 1951 ਦੇ ਵਿੱਚ ਪਹਿਲੇ ਸੰਵਿਧਾਨ ਸੰਸ਼ੋਧਨ ਦੇ ਥਰੂ, ਠੀਕ ਹੈ। 10ਵੀਂ 1985 ਦੇ ਵਿੱਚ। ਉਸ ਤੋਂ ਬਾਅਦ 61ਵਾਂ ਸੰਵਿਧਾਨ ਸੰਸ਼ੋਧਨ ਮੋਸਟ ਇੰਪੋਰਟੈਂਟ। ਇਹਦੇ ਥਰੂ ਕੀ ਕੀਤਾ ਗਿਆ ਸੀ, 21 ਸਾਲ ਤੋਂ ਘਟਾ ਕੇ ਵੋਟ ਪਾਉਣ ਦੀ ਉਮਰ 18 ਸਾਲ ਕੀਤੀ ਗਈ ਸੀ। 1961 ਦੇ ਵਿੱਚ 61st ਦੇ ਵਿੱਚ 21 ਤੋਂ ਘਟਾ ਕੇ 18 ਸਾਲ ਜਿਹੜੀ ਵੋਟ ਪਾਉਣ ਦੀ ਉਮਰ ਕੀਤੀ ਗਈ ਸੀ। 73ਵਾਂ ਅਤੇ 74ਵਾਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤਾਂ ਇਹ ਇੱਕ ਚੀਜ਼ ਤੁਸੀਂ ਹੋਰ ਯਾਦ ਰੱਖਣੀ ਹੈ, 73ਵਾਂ ਅਤੇ 74ਵਾਂ ਦੋਨੋਂ ਹੀ ਸੰਵਿਧਾਨ ਸੰਸ਼ੋਧਨ 1992 ਦੇ ਵਿੱਚ ਇਹ ਬਿੱਲ ਪਾਸ ਕੀਤੇ ਗਏ ਸੀ। ਉਸ ਤੋਂ ਬਾਅਦ ਇਹਨਾਂ ਨੂੰ 2 ਸਾਲ ਦੇ ਵਿੱਚ ਇੰਪਲੀਮੈਂਟ ਕਰਨਾ ਸੀ, ਠੀਕ ਹੈ। ਪੰਜਾਬ ਪੁਲਿਸ ਦੇ ਵਿੱਚ ਇੱਕ ਕੁਐਸਚਨ ਆਇਆ ਸੀ, ਉਹਦੇ ਵਿੱਚ ਸ਼ਾਇਦ ਪੰਚਾਇਤਾਂ ਦਾ ਪੁੱਛਿਆ ਸੀ ਉਹਨਾਂ ਨੇ ਕਿ ਜਿਹੜਾ 73ਵਾਂ ਸੰਵਿਧਾਨ ਸੰਸ਼ੋਧਨ ਸੀ ਇਹਨੂੰ ਕਦੋਂ ਲਾਗੂ ਕੀਤਾ, ਮਤਲਬ ਕਦੋਂ ਪਾਸ ਕੀਤਾ ਗਿਆ। ਇਹਦੇ ਵਿੱਚ ਉਹਨਾਂ ਨੇ 1992 93 94 ਸ਼ਾਇਦ ਤਿੰਨੋਂ ਹੀ ਆਪਸ਼ਨ ਦੇ ਰੱਖੇ ਸੀ। ਤਾਂ ਬਾਅਦ ਵਿੱਚ ਫਿਰ ਉਹਨਾਂ ਨੂੰ ਕਾਮਨ ਮਾਰਕਸ ਦੇਣੇ ਪਏ ਸਾਰੇ ਕੈਂਡੀਡੇਟਸ ਨੂੰ, ਜਿਨ੍ਹਾਂ ਨੇ ਇਹ ਪੇਪਰ ਦਿੱਤਾ ਸੀ, ਠੀਕ ਹੈ। ਕਿਉਂਕਿ ਅਸਲ ਦੇ ਵਿੱਚ ਇਹ ਜਿਹੜਾ ਬਿੱਲ ਪਾਸ ਹੋਇਆ ਸੀ 1992 ਦੇ ਵਿੱਚ, ਪਾਸ ਹੁੰਦੇ ਕਿਤੇ 1993 ਦੇ ਵਿੱਚ ਇਹ ਲਾਗੂ ਹੋਇਆ, ਕਿਤੇ 1994 ਦੇ ਵਿੱਚ ਲਾਗੂ ਹੋਇਆ। ਕਿਉਂਕਿ ਸਟੇਟਾਂ ਨੂੰ ਕਿਹਾ ਗਿਆ ਸੀ ਪੰਚਾਇਤਾਂ ਵਾਸਤੇ, ਪੰਚਾਇਤਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਸੀ 73ਵੇਂ ਦੇ ਥਰੂ। 73 ਦੇ ਥਰੂ ਪੰਚਾਇਤਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਸੀ। 11ਵੀਂ ਅਨੁਸੂਚੀ ਜੋੜੀ ਗਈ ਅਤੇ 74ਵੇਂ ਦੇ ਥਰੂ ਜਿਹੜੀਆਂ ਨਗਰ ਪਾਲਿਕਾਵਾਂ ਹੁੰਦੀਆਂ ਨੇ ਉਹਨਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਸੀ। 12ਵੀਂ ਅਨੁਸੂਚੀ ਜੋੜੀ ਗਈ। ਸਾਡੇ ਸੰਵਿਧਾਨ ਦੇ ਵਿੱਚ ਟੋਟਲ 12 ਹੀ ਅਨੁਸੂਚੀਆਂ ਨੇ, ਠੀਕ ਹੈ। ਤਾਂ 73ਵਾਂ ਅਤੇ 74ਵਾਂ 1992 ਦੇ ਵਿੱਚ ਪਾਸ ਕੀਤੇ ਗਏ ਸੀ, ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ 86ਵਾਂ ਸੰਵਿਧਾਨ ਸੰਸ਼ੋਧਨ 2002। ਇਹਦੇ ਥਰੂ ਕੀ ਕੀਤਾ ਗਿਆ, DPSP ਦੇ ਵਿੱਚ ਇੱਕ ਆਰਟੀਕਲ ਆਉਂਦਾ ਹੈ, DPSP ਦੇ ਵਿੱਚ ਇੱਕ ਆਰਟੀਕਲ ਆਉਂਦਾ 45। ਆਰਟੀਕਲ 45 ਦੇ ਵਿੱਚ ਦਿੱਤਾ ਹੋਇਆ ਕਿ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਲਈ ਫ੍ਰੀ ਐਜੂਕੇਸ਼ਨ, ਠੀਕ ਹੈ। ਤਾਂ ਉਹਨੂੰ ਇੰਪਲੀਮੈਂਟ ਕਰਕੇ ਸਰਕਾਰ ਨੇ, ਕਿਉਂਕਿ DPSP ਡਾਇਰੈਕਸ਼ਨ ਨੇ ਸਰਕਾਰ ਦੇ ਲਈ, ਤਾਂ ਸਰਕਾਰ ਨੇ ਉਸ ਡਾਇਰੈਕਸ਼ਨ ਦੇ ਉੱਪਰ ਚੱਲ ਕੇ ਸਰਕਾਰ ਨੇ ਸੰਵਿਧਾਨ ਦੇ ਵਿੱਚ ਆਰਟੀਕਲ 21A ਜੋੜਿਆ। 21A ਇਹਦੇ ਥਰੂ ਕੀ ਕੀਤਾ ਗਿਆ ਕਿ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਲਈ ਫ੍ਰੀ ਐਜੂਕੇਸ਼ਨ ਹੈ। ਜਿਹੜਾ ਆਰਟੀਕਲ 21 ਆ, ਰਾਈਟ ਟੂ ਲਾਈਫ
ਟੂ ਲਾਈਫ। ਮੋਸਟ ਇੰਪੋਰਟੈਂਟ ਆਰਟੀਕਲ ਆ, ਯਾਦ ਰੱਖਣਾ, ਠੀਕ ਆ। ਇਹ ਉਹ ਆਰਟੀਕਲ ਆ ਜਿਹਨੂੰ ਐਮਰਜੈਂਸੀ ਦੇ ਵਿੱਚ ਵੀ ਸਸਪੈਂਡ ਨਹੀਂ ਕੀਤਾ ਜਾ ਸਕਦਾ। 21A ਦੇ ਥਰੂ ਇਹ ਕੀਤਾ ਗਿਆ। ਦੂਸਰਾ 11ਵਾਂ ਕਰਤੱਵ ਜੋੜਿਆ ਗਿਆ ਇਹਦੇ ਵਿੱਚ, ਜਿਹੜੀ ਤੁਸੀਂ ਇਹ ਰੱਖਣੀ ਹੈ, ਜਿਹੜੀ ਤੁਸੀਂ ਬੱਚਿਆਂ ਨੂੰ 14 ਤੋਂ ਲੈ ਕੇ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ, ਇਹ ਉਹਨਾਂ ਦੇ ਮਾਤਾ ਪਿਤਾ ਦਾ ਜਾਂ ਉਹਨਾਂ ਦੇ ਗਾਰਡੀਅਨ ਜਾਂ ਗਾਰਜੀਅਨ ਜਾਂ ਜਿਹੜੇ ਉਹਨਾਂ ਦੇ ਪਾਲਣ ਪੋਸ਼ਣ ਕਰਨ ਵਾਲੇ ਨੇ, ਉਹਨਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਐਜੂਕੇਸ਼ਨ ਦਿਵਾਉਣਗੇ। ਉਹਨਾਂ ਦੀ ਇਹ ਫੰਡਾਮੈਂਟਲ ਡਿਊਟੀ ਹੈ, ਠੀਕ ਹੈ। 11ਵੀਂ ਟੋਟਲ 11 ਹੀ ਡਿਊਟੀਜ਼ ਨੇ ਸਾਡੇ ਸੰਵਿਧਾਨ ਦੇ ਵਿੱਚ, ਆਰਟੀਕਲ 51A ਦੇ ਵਿੱਚ, ਠੀਕ ਹੈ। 86ਵੇਂ ਦੇ ਥਰੂ ਐਜੂਕੇਸ਼ਨ ਨਾਲ ਰਿਲੇਟਡ ਜਿਹੜੇ ਪ੍ਰੋਵੀਜ਼ਨ ਕੀਤੇ ਗਏ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਲਈ। 15ਵਾਂ ਆਪਣੇ ਕੋਲ 91st, ਇਹਦੇ ਥਰੂ ਕੀ ਕੀਤਾ ਗਿਆ, ਯੂਨੀਅਨ ਕੈਬਨਿਟ ਆ, ਜਿਹੜੀ ਕੈਬਨਿਟ ਹੁੰਦੀ ਹੈ ਸਰਕਾਰ ਦੇ ਵਿੱਚ, ਜਿਹੜੀਆਂ ਸੀਟਾਂ ਨੇ ਉਹਦੀ ਗਿਣਤੀ ਹੈ ਜਿਹੜੀ ਉਹ 15% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਮਤਲਬ ਕਿ ਸੰਸਦ ਦੇ ਵਿੱਚ ਜਿੰਨੀਆਂ ਟੋਟਲ ਸੀਟਾਂ ਨੇ ਉਹਨਾਂ ਦੇ ਨਾਲੋਂ ਉਹਦੇ ਵਿੱਚੋਂ ਸਿਰਫ 15% ਹੀ ਨੇ ਜਿਹੜੇ ਕੈਬਨਿਟ ਮਿਨਿਸਟਰ ਹੋ ਸਕਦੇ ਨੇ, 15% ਤੋਂ ਜ਼ਿਆਦਾ ਨਹੀਂ ਹੋ ਸਕਦੇ। 91ਵਾਂ ਸੰਵਿਧਾਨ ਸੰਸ਼ੋਧਨ 2015 ਨਹੀਂ ਗਾ, ਇਹ ਕਰੈਕਟ ਕਰ ਲਿਓ ਇਹਨੂੰ, ਇਹ 2003, ਠੀਕ ਹੈ। 91ਵਾਂ ਸੰਵਿਧਾਨ ਸੰਸ਼ੋਧਨ। ਉਸ ਤੋਂ ਬਾਅਦ 97ਵਾਂ ਸੰਵਿਧਾਨ ਸੰਸ਼ੋਧਨ 2011, ਇਹਦੇ ਥਰੂ ਐਡ ਕੀਤਾ ਗਿਆ ਸਹਿਕਾਰੀ ਸਮਿਤੀਆਂ ਨੂੰ, ਕੋਆਪਰੇਟਿਵ ਸੁਸਾਇਟੀਜ਼ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ, ਠੀਕ ਹੈ। ਕੋਆਪਰੇਟਿਵ ਸੁਸਾਇਟੀ ਤੁਸੀਂ ਭਾਗ 9A ਅਤੇ 9B 9 ਦੇ ਵਿੱਚ ਦਿੱਤਾ ਹੋਇਆ। 9 ਦੇ ਵਿੱਚ ਪੰਚਾਇਤਾਂ ਨੂੰ ਐਡ ਕੀਤਾ ਹੋਇਆ। 9A ਦੇ ਵਿੱਚ ਐਡ ਕੀਤਾ ਹੋਇਆ ਨਗਰਪਾਲਿਕਾਵਾਂ ਨੂੰ, ਮੁਨਿਸਪਲ ਕਾਰਪੋਰੇਟਸ ਨੂੰ, ਠੀਕ ਹੈ। ਮੁਨਿਸਪਲ ਕਾਰਪੋਰੇਸ਼ਨਸ ਮਤਲਬ ਇਹਦੇ ਵਿੱਚ ਕੀਤਾ ਹੋਇਆ ਸਹਿਕਾਰੀ ਸਮਿਤੀਆਂ ਨੂੰ, ਕੋਆਪਰੇਟਿਵ ਸੁਸਾਇਟੀਜ਼। ਇਹ ਤਿੰਨੋਂ ਹੀ ਭਾਗ ਸਿਰਫ ਆਰਟੀਕਲ 243 ਨੂੰ ਹੀ ਕਵਰ ਕਰਦੇ ਨੇ, ਠੀਕ ਹੈ। ਮਤਲਬ ਕਿ ਪੰਚਾਇਤਾਂ ਨਾਲ, ਨਗਰਪਾਲਿਕਾਵਾਂ ਨਾਲ ਅਤੇ ਜਿਹੜੇ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ, ਕੋਆਪਰੇਟਿਵ ਸੁਸਾਇਟੀ ਉਹ ਹੁੰਦੀਆਂ ਨੇ ਮਤਲਬ ਕਿ ਮਿਲ ਕੇ ਆਪਣਾ ਟ੍ਰੇਡ, ਲੋਕ ਮਿਲ ਕੇ ਇਕੱਠੇ ਹੋ ਕੇ ਟ੍ਰੇਡ ਕਰਨ ਲੱਗ ਜਾਂਦੇ ਨੇ। ਜਿਵੇਂ ਕਿ ਅਮੂਲ, ਤੁਸੀਂ ਕੰਪਨੀ ਦਾ ਨਾਮ ਸੁਣਿਆ ਹੋਣਾ, ਠੀਕ ਹੈ। ਮੋਸਟ ਇੰਪੋਰਟੈਂਟ ਐਗਜ਼ਾਮਪਲ ਉਹੀ ਹੈ। ਅਮੂਲ ਜਿਹੜੀ ਕੰਪਨੀ ਆ ਉਹ ਇੱਕ ਕੋਆਪਰੇਟਿਵ ਸੁਸਾਇਟੀ ਹੈ, ਤਾਂ ਉਹਦੇ ਲਈ ਉਹਨੂੰ ਐਡ ਕੀਤਾ ਗਿਆ ਆਰਟੀਕਲ 19 ਦੇ ਵਿੱਚ, ਠੀਕ ਹੈ ਜੀ। ਆਰਟੀਕਲ 19C ਦੇ ਵਿੱਚ ਐਡ ਕੀਤਾ ਗਿਆ ਸੀ ਕੋਆਪਰੇਟਿਵ ਸੁਸਾਇਟੀਜ਼ ਨੂੰ। ਉਸ ਤੋਂ ਬਾਅਦ ਅਗਲਾ ਆਪਣੇ ਕੋਲ 100ਵਾਂ ਸੰਵਿਧਾਨ ਸੰਸ਼ੋਧਨ। 100ਵਾਂ ਸੰਵਿਧਾਨ ਸੰਸ਼ੋਧਨ 2015, ਇਹਦੇ ਥਰੂ ਕੀ ਕੀਤਾ ਗਿਆ ਸੀ, ਇਹਦੇ ਥਰੂ ਬੰਗਲਾਦੇਸ਼ ਤੋਂ ਕੁਝ ਇਲਾਕੇ ਭਾਰਤ ਨੇ ਆਪਣੇ ਕਬਜ਼ੇ 'ਚ ਲੈ ਲਏ ਸੀ ਅਤੇ ਕੁਝ ਇਲਾਕੇ, ਦੇਖੋ ਪਹਿਲਾਂ ਐਵੇਂ ਸੀ ਬਾਉਂਡਰੀ, ਠੀਕ ਹੈ। ਬੰਗਲਾਦੇਸ਼ ਨਾਲ ਸਾਡੀ ਬਾਉਂਡਰੀ ਐਵੇਂ ਲੱਗਦੀ ਸੀ, ਠੀਕ ਹੈ। ਤਾਂ ਉੱਥੋਂ ਭਾਰਤ ਨੇ ਕੀ ਕੀਤਾ, ਇੱਥੋਂ ਬਾਉਂਡਰੀ ਦੀ ਸਿੱਧੀ ਕੱਢਤੀ, ਮਤਲਬ ਕੁਝ ਇਲਾਕੇ ਭਾਰਤ ਨੇ ਆਪਣੇ ਕਬਜ਼ੇ 'ਚ ਲੈ ਲਏ ਅਤੇ ਕੁਝ ਜਿਹੜੇ ਬੰਗਲਾਦੇਸ਼ ਦੇ ਵਿੱਚ ਜਾ ਰਹੇ ਸੀ ਉਹ ਬੰਗਲਾਦੇਸ਼ ਨੂੰ ਦੇਤੇ, ਮਤਲਬ ਕਿ ਆਦਾਨ ਪ੍ਰਦਾਨ ਕਰ ਲਿਆ ਕੁਝ ਇਲਾਕਿਆਂ ਦਾ। 100ਵਾਂ ਸੰਵਿਧਾਨ ਸੰਸ਼ੋਧਨ 2015, ਠੀਕ ਹੈ। 101ਵਾਂ ਸੰਵਿਧਾਨ ਸੰਸ਼ੋਧਨ 2016, GST ਮੋਸਟ ਇੰਪੋਰਟੈਂਟ, GST ਕੌਂਸਲ ਆਰਟੀਕਲ 279A ਦੇ ਵਿੱਚ ਆ ਜੀ, ਯਾਦ ਰੱਖਿਓ, ਠੀਕ ਹੈ। ਉਸ ਤੋਂ ਬਾਅਦ 103ਵਾਂ ਸੰਵਿਧਾਨ ਸੰਸ਼ੋਧਨ 2019, 103ਵੇਂ ਸੰਵਿਧਾਨ ਸੰਸ਼ੋਧਨ ਦੇ ਥਰੂ ਕੀ ਕੀਤਾ ਗਿਆ, EWS ਦੇ ਲਈ 10% ਰਿਜ਼ਰਵੇਸ਼ਨ ਦਿੱਤੀ ਗਈ ਪੜ੍ਹਾਈ ਅਤੇ ਨੌਕਰੀਆਂ ਦੇ ਵਿੱਚ। ਇਕੋਨੋਮਿਕ ਵੀਕਰ ਸੈਕਸ਼ਨ ਲੇਟੈਸਟ ਨੇ ਇਹ, ਥੋੜ੍ਹੇ ਜਿਹੇ 3-4 ਤੁਸੀਂ ਯਾਦ ਰੱਖਣੇ ਨੇ। 105 ਦੇ ਥਰੂ ਕੀ ਕੀਤਾ ਗਿਆ, ਸਟੇਟਾਂ ਨੂੰ ਪਾਵਰ ਦਿੱਤੀ ਗਈ ਕਿ ਉਹ ਬੈਕਵਰਡ ਕਲਾਸਿਸ ਦਾ, ਸਭ ਤੋਂ ਲੇਟੈਸਟ ਸੰਸ਼ੋਧਨ ਹੈ ਕਿ ਉਹ ਬੈਕਵਰਡ ਕਲਾਸਿਸ ਦਾ ਆਪ ਨਿਰਧਾਰਨ ਕਰ ਸਕਦੇ ਨੇ, ਠੀਕ ਹੈ। 105ਵਾਂ ਸੰਵਿਧਾਨ ਸੰਸ਼ੋਧਨ, 127ਵਾਂ ਬਿੱਲ ਪੇਸ਼ ਕੀਤਾ ਗਿਆ ਸੀ, ਸਭ ਤੋਂ ਲੇਟੈਸਟ ਸੰਸ਼ੋਧਨ ਹੈ ਇਹ। ਇਹਦੇ ਥਰੂ ਰਾਜ ਵਿਧਾਨ ਸਭਾਵਾਂ ਨੂੰ ਪਾਵਰ ਦਿੱਤੀ ਗਈ ਕਿ ਉਹ ਪਿਛੜੇ ਵਰਗਾਂ ਦਾ, ਬੈਕਵਰਡ ਕਲਾਸਿਸ ਦਾ ਉਹਨਾਂ ਦੀ ਖੁਦ ਪਹਿਚਾਣ ਕਰ ਸਕਦੇ ਨੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ 102ਵਾਂ ਵੀ ਤੁਸੀਂ ਯਾਦ ਕਰ ਲਓ, ਥੋੜ੍ਹਾ ਜਿਹਾ ਯਾਦ ਰਹਿ ਗਿਆ ਤਾਂ ਵਧੀਆ ਗੱਲ ਆ। 102ਵੇਂ ਦੇ ਥਰੂ NCBC ਨੂੰ ਅਲੱਗ ਕੀਤਾ ਗਿਆ ਸੀ, ਮਤਲਬ ਕਿ ਪਹਿਲਾਂ ਨੈਸ਼ਨਲ ਜਿਹੜੀ ਬੈਕਵਰਡ ਕਲਾਸਿਸ ਹੁੰਦੀਆਂ ਨੇ ਇਹਨਾਂ ਨੂੰ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਹੀ ਦੇਖਦਾ ਸੀ। 2018 ਦੇ ਵਿੱਚ ਇਹਨਾਂ ਦੇ ਲਈ 102ਵਾਂ ਸੰਵਿਧਾਨ ਸੰਸ਼ੋਧਨ ਕਰਕੇ ਅਲੱਗ ਤੋਂ ਕਮਿਸ਼ਨ ਬਣਾਇਆ ਗਿਆ, ਆਰਟੀਕਲ 338 ਦੇ ਵਿੱਚ ਇਹਨੂੰ ਜੋੜਿਆ ਗਿਆ, ਠੀਕ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ, ਪਰ ਫਿਰ ਵੀ ਜੇ ਯਾਦ ਰਹਿ ਜਾਏ ਤਾਂ ਵਧੀਆ ਗੱਲਾਂ। ਚੱਲਦੇ ਹਾਂ ਹੁਣ, ਦੇਖੋ ਇੱਕ ਮੋਸਟ ਇੰਪੋਰਟੈਂਟ ਤੁਹਾਡੇ ਜਿਹੜੇ ਅਮੈਂਡਮੈਂਟਸ ਨੇ ਤੁਹਾਨੂੰ ਕਰਵਾਤੇ, ਇਹਨਾਂ ਦੇ ਵਿੱਚ ਕੁਛ ਨਹੀਂ, ਸਿਰਫ ਤੁਸੀਂ ਇੱਕ ਵਾਰੀ ਨਜ਼ਰ ਘੁਮਾ ਲਓ। 8ਵੀਂ ਅਨੁਸੂਚੀ ਦੇ ਵਿੱਚ ਕਿਹੜੇ ਸੰਸ਼ੋਧਨ ਦੇ ਥਰੂ ਭਾਸ਼ਾਵਾਂ ਜੋੜੀਆਂ ਗਈਆਂ। ਸਭ ਤੋਂ ਪਹਿਲਾਂ 21ਵੇਂ ਦੇ ਥਰੂ ਸਿੰਧੀ ਨੂੰ ਜੋੜਿਆ ਗਿਆ 15ਵੀਂ ਭਾਸ਼ਾ ਦੇ ਤੌਰ 'ਤੇ, ਕਿਉਂਕਿ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਉਦੋਂ 14 ਹੀ ਭਾਸ਼ਾਵਾਂ ਸੀ ਇਹਦੇ ਵਿੱਚ। 21ਵਾਂ ਸੰਵਿਧਾਨ ਸੰਸ਼ੋਧਨ 1967 ਦੇ ਥਰੂ 15ਵੀਂ ਭਾਸ਼ਾ ਬਣ ਗਈ ਸਿੰਧੀ, ਅਤੇ 71ਵਾਂ ਸੰਵਿਧਾਨ ਸੰਸ਼ੋਧਨ 1992 ਥਰੂ ਕੋਂਕਣੀ, ਮਣੀਪੁਰੀ ਅਤੇ ਨੇਪਾਲੀ ਨੂੰ ਜੋੜਿਆ ਗਿਆ, ਅਤੇ 92ਵਾਂ ਸੰਵਿਧਾਨ ਸੰਸ਼ੋਧਨ 2003 ਦੇ ਥਰੂ ਬੋਡੋ, ਡੋਗਰੀ, ਮੈਥਿਲੀ ਅਤੇ ਸੰਥਾਲੀ ਨੂੰ ਜੋੜਿਆ ਗਿਆ। ਇਸ ਤੋਂ ਬਿਨਾਂ
ਇਹਦੇ ਵਿੱਚ ਕੁਛ ਨਹੀਂ 96 ਦੇ ਵਿੱਚ ਓਰੀਆ ਨੂੰ ਬਦਲ ਕੇ ਓਡੀਆ ਕੀਤਾ ਸੀ, ਇਹ ਤਾਂ ਕੁਛ ਖਾਸ ਨਹੀਂ ਵੈਸੇ। ਲੋਕ ਸਭਾ ਦੀ ਵੀ ਦੇਖ ਲਓ 8th 23ਵਾਂ 45ਵਾਂ 62ਵਾਂ 79ਵਾਂ 95ਵਾਂ ਅਤੇ 104ਵਾਂ। ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਿਓ, ਕਿਉਂਕਿ ਇਹਦੇ ਥਰੂ ਕੀ ਕੀਤਾ ਗਿਆ ਸੀ, ਇਹ ਜਿੰਨੇ ਵੀ ਕੀਤੇ ਗਏ ਨੇ ਨਾ, ਜਿੰਨੇ ਵੀ ਇਹ ਸੰਸ਼ੋਧਨ ਨੇ, ਇਹਨਾਂ ਦੇ ਥਰੂ ਸੰਸਦ ਨੇ ਜਿਹੜੀ ਰਿਜ਼ਰਵੇਸ਼ਨ ਦਾ ਕ੍ਰਾਈਟੇਰੀਆ SC ST ਦੇ ਲਈ ਜਿਹੜੀ ਰਿਜ਼ਰਵੇਸ਼ਨ ਹੁੰਦੀ ਆ, ਅਤੇ ਨਾਲ ਹੀ ਐਂਗਲੋ ਇੰਡੀਅਨਸ ਦੀ ਜਿਹੜੀ ਰਿਜ਼ਰਵੇਸ਼ਨ ਹੁੰਦੀ ਆ ਲੋਕ ਸਭਾ ਦੇ ਵਿੱਚ, ਉਹਨੂੰ 10-10 ਸਾਲ ਵਾਸਤੇ ਵਧਾਇਆ ਗਿਆ। ਦੇਖੋ 1960 ਦੇ ਵਿੱਚ 69 79 99 99 2009 2020 ਦੇ ਵਿੱਚ 104 ਵੀ ਇੱਕ ਲੇਟੈਸਟ ਹੀ ਆ। ਪਰ ਇਹਦੇ ਵਿੱਚ ਫਰਕ ਇਹ ਸੀ ਕਿ ਇਹਦੇ ਵਿੱਚ ਐਂਗਲੋ ਇੰਡੀਅਨ ਨੂੰ ਨਹੀਂ ਐਡ ਕੀਤਾ ਗਿਆ। ਐਂਗਲੋ ਇੰਡੀਅਨ ਦੇ ਲਈ ਜਿਹੜਾ ਕ੍ਰਾਈਟੇਰੀਆ ਸੀ ਉਹ ਮਤਲਬ ਰਿਜ਼ਰਵੇਸ਼ਨ ਨਹੀਂ ਵਧਾਈ ਗਈ। ਠੀਕ ਹੈ ਜੀ। 2020 ਦੇ 104ਵੇਂ ਸੰਸ਼ੋਧਨ ਦੇ ਥਰੂ SC ST ਦੀ ਰਿਜ਼ਰਵੇਸ਼ਨ ਨੂੰ ਤਾਂ ਵਧਾ ਦਿੱਤਾ ਗਿਆ, ਪਰ ਐਂਗਲੋ ਇੰਡੀਅਨ ਦੀ ਨੋਮੀਨੇਸ਼ਨ ਦਾ ਇਹਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਠੀਕ ਹੈ। ਜਿਹੜੇ ਪਹਿਲੇ ਤੁਹਾਨੂੰ 20 ਕਰਵਾਏ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਹੋ ਸਕੇ ਤਾਂ ਉਹਨਾਂ ਦੇ ਨੋਟਸ ਬਣਾ ਲਿਓ, ਨਹੀਂ ਤਾਂ PDF ਵੀ ਤੁਹਾਨੂੰ ਮੈਂ ਟੈਲੀਗ੍ਰਾਮ ਚੈਨਲ ਤੇ ਦੇ ਦੂੰ। ਠੀਕ ਹੈ। ਟੈਲੀਗ੍ਰਾਮ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਣਾ। ਠੀਕ ਹੈ ਜੀ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਨਵੇਂ ਜੁੜੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਤਿ ਸ਼੍ਰੀ ਅਕਾਲ ਜੀ।